Hello student, today we are going to start the question answer of chapter 6, The Earth is Not Earth. In this chapter, first we will discuss the short answer questions. The first question is, what is the meaning of globalization? The coming together of different cultures and economic systems around the world is called ਗਲੋਬਲਾਈਜੇਸ਼ਨ ਕੀ ਹੁੰਦਾ ਹੈ ਕਿ ਡਿਫਰੈਂਟ ਕਲਚਰਸ ਤੇ ਇਕਨੋਮਿਕ ਸਿਸਟਮ ਨੂੰ ਜਦੋਂ ਆਪਾਂ ਇਕੱਠਾ ਕਰ ਦਿੰਦੇ ਹਾਂ ਅਰਾਊਂਡ ਦਾ ਵਰਲਡ ਇਕਲੋਸ ਲਿਆ ਦਿੰਦੇ ਹਾਂ ਤਾਂ ਇਸ ਨੂੰ ਗਲੋਬਲਾਈਜੇਸ਼ਨ ਕਿਹਾ ਜਾਂਦਾ ਹੈ ਸੈਕੰਡ ਕੁਐਸਚਨ ਹੀ ਵਟ ਆਰ ਦ ਡੇਂਜਰਸ ਆਫ ਗਲੋਬਲਾਈਜੇਸ਼ਨਸ ਆਰ ਕ੍ਰਾਈਮ ਡਰੱਗਸ ਟੈਰਰਿਜ਼ਮ ਡਿਸੀਜ਼ ਐਂਡ ਵੈਪਨਸ ਕ੍ਰਾਈਮਸ ਮਤਲਬ ਜੁਰਮ ਇਹਦੇ ਨਾਲ ਜੁਰਮ ਵੱਧ ਜਾਂਦੇ ਹੈਗੇ ਆ ਡਰੱਗਸ ਨਸ਼ੀਲੀ ਦਵਾਈਆਂ ਦਾ ਸੇਵਨ ਵੱਧ ਜਾਂਦਾ ਹੈਗਾ ਟੈਰਰਿਜ਼ਮ ਆਤੰਕਵਾਦ ਦਾ ਖਤਰਾ ਹਮੇਸ਼ਾ ਰਹਿੰਦਾ ਹੈਗਾ ਡਿਸੀਜ਼ ਕਈ ਤਰ੍ਹਾਂ ਦੀ ਬਿਮਾਰੀਆਂ ਦੇ ਵਧਣ ਦਾ ਖਤਰਾ ਰਹਿੰਦਾ ਹੈ ਅਤੇ ਵੈਪਨ ਕਈ ਤਰ੍ਹਾਂ ਦੇ ਖਤਰਨਾਕ ਹਥਿਆਰਾਂ ਦਾ ਸਮਗਲਿੰਗ ਹੁੰਦੀ ਰਹਿੰਦੀ ਹੈ ਨੈਕਸਟ ਥਰਡ ਕੁਐਸਚਨ ਇਜ਼ ਵਟ ਆਰ ਦ ਬੈਨੀਫਿਟ ਆਫ globalization? The benefit of globalization are faster growth, higher living standards and new opportunities. ਠੀਕ ਗਲੋਬਲਾਈਜੇਸ਼ਨ ਦਾ ਸਭ ਤੋਂ ਵੱਡਾ ਫਾਇਦਾ ਹੈ ਕਿ ਇਸ ਦੇ ਨਾਲ ਵਿਕਾਸ ਦੀ ਜਿਹੜੀ ਦਰ ਹੈਗੀ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਹੈ ਲਿਵਿੰਗ ਸਟੈਂਡਰਡਸ ਲੋਕਾਂ ਦਾ ਵੱਧ ਜਾਂਦਾ ਹੈ ਅਤੇ ਹਰ ਕਿਸੇ ਨੂੰ ਨਵੀਂ ਓਪਰਚੁਨਿਟੀਜ਼ ਮਿਲਦੀਆਂ ਹੈਗੀਆਂ ਅੱਗੇ ਵਧਣ ਲਈ ਫੋਰਥ ਕੁਐਸਚਨ ਇਜ਼ ਵਟ ਇਜ਼ ਓਵਰ ਐਚਿੰਗ ਚੈਲੰਜ ਆਫ ਓਵਰ ਟਾਈਮ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਡਾ ਚੈਲੰਜ ਕੀ ਹੈਗਾ ਅੱਜ ਦੇ ਸਮੇਂ ਸਭ ਤੋਂ ਵੱਡਾ ਚੈਲੰਜ ਹੈਗਾ ਦ ਗਲੋਬਲਾਈਜੇਸ਼ਨ means more than bigger markets ਅੱਜ ਕੱਲ੍ਹ ਦੇ ਵੱਡੇ ਬਾਜ਼ਾਰ ਬਣਨੇ ਜਾ ਰਹੇ the overarching challenge of our time is to make globalization means more than the bigger market. Fifth question, what fundamental freedom does the author talk about? ਕਿਹੜੇ ਫੰਡਾਮੈਂਟਲ ਫਰੀਡਮਸ ਦੇ ਬਾਰੇ ਨੇ ਆਥਰ ਮਿਸਟਰ ਕਾਫੀ ਐਨਨ ਨੇ ਇਸ ਸਪੀਚ ਦੇ ਵਿੱਚ ਦੱਸਿਆ ਹੈਗਾ the author talk about freedom from want, freedom from fear and freedom of future generation to sustain their lives on earth. ਆਥਰ ਨੇ ਇਸ ਦੇ ਵਿੱਚ ਫਰੀਡਮ ਫਰੋਮ ਵਾਂਟ ਮਤਲਬ ਕਿ ਕਈ ਬਹੁਤ ਸਾਰੇ ਲੋਕਾਂ ਨੂੰ ਹਜੇ ਵੀ ਸਵੱਛ ਪੀਣ ਦਾ ਪਾਣੀ ਨਹੀਂ ਮਿਲ ਰਿਹਾ ਉਹਨਾਂ ਦੇ ਰਹਿਣ ਸਹਿਣ ਦੀ ਕੰਡੀਸ਼ਨਾਂ ਜਿਹੜੀਆਂ ਹੈਗੀਆਂ ਉਹ ਸਹੀ ਨਹੀਂ ਹੈਗੀ ਫਰੀਡਮ ਫੋਰ ਫੀਅਰ ਦਾ ਮਤਲਬ ਹੈ ਕਿ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਇੰਟਰਨਲ ਵਾਰਸ ਚੱਲਦੀਆਂ ਰਹਿੰਦੀਆਂ ਜਿਹਨਾਂ ਨੂੰ ਆਪਣੀ ਜ਼ਿੰਦਗੀ ਦਾ ਹਮੇਸ਼ਾ ਡਰ ਲੱਗਿਆ ਰਹਿੰਦਾ ਐਂਡ ਉਹ ਆਪਣੀ ਜ਼ਿੰਦਗੀ 'ਚ ਕਈ ਬਹੁਤ ਸੇ ਬਿਲੀਅਨਸ ਲੋਕ ਜਿਹੜੇ ਹੈਗੇ ਉਹਨਾਂ ਨੇ ਆਪਣੀ ਜ਼ਿੰਦਗੀ ਗਵਾ ਵੀ ਦਿੱਤੀ ਹੈਗੀ ਫਰੀਡਮ ਆਫ ਫਿਊਚਰ ਜਨਰੇਸ਼ਨ ਟੂ ਸਸਟੇਨ ਦੇਅਰ ਲਾਈਫਸ ਔਨ ਦਾ ਅਰਥ ਕਿ ਅਸੀਂ ਅੱਜ ਕੱਲ੍ਹ ਇਸ ਤਰ੍ਹਾਂ ਦੇ ਨੈਚੁਰਲ ਰਿਸੋਰਸਿਸ ਨੂੰ ਵਰਤ ਰਹੇ ਹੈਗੇ ਕਿ ਉਸ ਦੇ ਨਾਲ ਕੀ ਹੈਗਾ ਕਿ ਜਿਹੜੀ ਆ ਅਰਥ 'ਚ ਰਹਿਣ ਦੀ ਜਿਹੜੀ ਕੰਡੀਸ਼ਨਾਂ ਹੈਗੀਆਂ ਹੈ ਨਾ ਉਹ ਖਤਮ ਹੁੰਦੀ ਹੈ ਜਿਵੇਂ ਕਿ ਅਸੀਂ ਪੋਲਿਊਸ਼ਨ ਕਰੀ ਜਾ ਰਹੇ ਹਾਂ ਅਤੇ ਪੋਲਿਊਸ਼ਨ ਨਾਲ ਇੱਥੇ ਅਰਥ 'ਚ ਰਹਿਣ ਦੀ ਕਾਰਬਨ ਡਾਈਆਕਸਾਈਡ ਦੀ ਮਾਤਰਾ ਵਧੀ ਜਾ ਰਹੀ ਹੈ ਅਤੇ ਉਹਦੇ ਨਾਲ ਕੀ ਹੋ ਰਿਹਾ ਅਰਥ 'ਚ ਰਹਿਣ ਦੀ ਕੰਡੀਸ਼ਨਾਂ ਜਿਹੜੀ ਹੈਗੀ ਆ ਖਤਮ ਹੁੰਦੀ ਜਾ ਰਹੀ ਅਤੇ ਆਉਣ ਵਾਲੀ ਪੀੜ੍ਹੀਆਂ ਲਈ ਇੱਥੇ ਰਹਿਣਾ ਬਹੁਤ ਮੁਸ਼ਕਿਲ ਹੋ ਜਾਏਗਾ ਇਹਨਾਂ ਤਿੰਨਾਂ ਬਾਰੇ ਹੀ ਕਾਫੀ ਐਨਨ ਨੇ ਬਹੁਤ ਵਧੀਆ ਢੰਗ ਨਾਲ ਆਪਣੇ ਇਸ ਸਪੀਚ ਵਿੱਚ ਦੱਸਿਆ ਸੀਗਾ ਨੈਕਸਟ ਕੁਐਸਚਨ ਇਜ਼ ਵਾਈ ਕਾਂਟ ਵੀ ਸੇ ਡੈਟ ਹਿਊਮਨ ਬੀਂਗਸ ਆਰ ਨਾਟ ਯੈਟ ਫਰੀ ਐਂਡ ਇਕੁਅਲ ਆਪਾਂ ਕਿਉਂ ਕਹਿੰਦੇ ਕਿ ਹਿਊਮਨ ਬੀਂਗਸ ਜਿਹੜਾ ਹੈਗਾ ਹਜੇ ਤੱਕ ਫਰੀ ਨਹੀਂ ਹੋਇਆ ਹੈਗਾ ਆਂਸਰ ਇਜ਼ ਬਿਕੋਜ਼ over a billion of them survive on less than $1 a day and live without safe drinking and sanitary conditions ਇਸ ਲਈ ਕਹਿੰਦੇ ਹੈਗੇ ਆ ਕਿਉਂਕਿ ਬਹੁਤ ਸਾਰੇ ਬਿਲੀਅਨਸ ਆਫ ਲੋਕ ਹੈਗੇ ਜਿਨ੍ਹਾਂ ਨੂੰ $1 ਇੱਕ ਦਿਨ ਦਾ ਮੁਸ਼ਕਿਲ ਨਾਲ ਕਮਾਈ ਹੁੰਦੀ ਹੈਗੀ ਹੈ ਅਤੇ ਉਹਨਾਂ ਕੋਲ ਸਾਫ਼ ਪਾਣੀ ਪੀਣ ਨੂੰ ਵੀ ਹੈ ਨਹੀਂ ਅਤੇ ਨਾ ਹੀ ਉਹਨਾਂ ਕੋਲ ਸੈਨੇਟਰੀ ਕੰਡੀਸ਼ਨਸ ਵੀ ਉਹਨਾਂ ਦੀ ਬਹੁਤ ਹੀ ਵਧੀਆ ਹੈਗੀ ਆ ਇਸ ਲਈ ਆਪਾਂ ਕਹਿੰਦੇ ਹੈਗੇ ਆ ਕਿ ਸੈਨੇਟਰੀ ਕੰਡੀਸ਼ਨ ਵੀ ਉਹਨਾਂ ਦੀ ਵਧੀਆ ਨਹੀਂ ਹੈਗੀ ਡਰਿੰਕਿੰਗ ਵਾਟਰ ਲਈ ਪਾਣੀ ਵੀ ਹੈ ਨਹੀਂ ਅਤੇ $1 ਤੋਂ ਵੀ ਘੱਟ ਉਹ ਕਮਾਈ ਕਰਦੇ ਹੈਗੇ ਇਸ ਲਈ ਆਪਾਂ ਕਹਿ ਦਿੰਦੇ ਹੈਗੇ ਆ ਕਿ ਬਹੁਤ ਸਾਰੇ ਹਿਊਮਨ ਬੀਂਗ ਹਜੇ ਵੀ ਫਰੀ ਨਹੀਂ ਹੈ ਨਾ ਹੀ ਉਹ ਇਕੁਅਲ ਹੈ 7th question, why does the author say about the
What does the author say about the internal wars? Internal war had claimed more than 5 million lives and many more have been driven from their homes. And author ने ਇੰਟਰਨਲ ਵਾਰਸ ਬਾਰੇ ਕੀ ਦੱਸਿਆ ਹੈਗਾ? ਇੰਟਰਨਲ ਵਾਰ ਬਾਰੇ ਉਹਨੇ ਦੱਸਿਆ ਹੈਗਾ ਕਿ ਅੱਜ ਤੱਕ 5 ਮਿਲੀਅਨਸ ਲੋਕ ਜਿਹੜੇ ਹੈਗੇ ਆ ਉਹ ਇਹਦੇ ਵਿੱਚ ਆਪਣੀ ਲਾਈਫਸ ਨੂੰ ਗਵਾ ਚੁੱਕੇ ਹੈਗੇ ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣਾ ਘਰ-ਬਾਰ ਛੱਡਣਾ ਪੈ ਗਿਆ ਹੈਗਾ। ਇੰਟਰਨਲ ਵਾਰਸ ਜਿਹੜੀ ਘਰਾਂ ਦੇਸ਼ਾਂ ਦੇ ਵਿੱਚ ਆਂਤਰਿਕ ਯੁੱਧ ਹੁੰਦੇ ਜਾਂਦੇ ਹੈਗੇ ਆ ਉਸ ਦੇ ਬਾਰੇ ਗੱਲ ਕਰੀ ਸੀ ਹੈ। 8th question is, where do most conflict happens and why? Most conflict happen in poor country because they are badly governed। अब बहुत सारी चीज़ां कित्थे ਹੁੰਦੀਆਂ ਪੂਅਰ ਕੰਟਰੀਜ਼ ਹੁੰਦੀ ਹੈ ਜਿੱਥੇ ਜਿਹੜੀ ਸਰਕਾਰਾਂ ਹੈਗੀਆਂ ਉਹ ਸਹੀ ਢੰਗ ਨਾਲ ਕੰਮ ਨਹੀਂ ਚਲਾ ਪਾਉਂਦੀਆਂ ਹੈਗੀਆਂ। 9th question, what is the best way to prevent conflict? इस conflict ਨੂੰ best way ਕੀ ਹੈਗਾ? To prevent such conflict, a new political system should be promoted in which all the groups are fairly represented। ਇਸ ਕੌਨਫਲਿਕਟ ਨੂੰ ਬਚਾਉਣ ਲਈ ਆਪਾਂ ਨੂੰ ਕੀ ਕਰਨਾ ਚਾਹੀਦਾ? ਇੱਕ ਨਵਾਂ ਪੋਲੀਟੀਕਲ ਸਿਸਟਮ ਜਨਰੇਟ ਕਰਨਾ ਚਾਹੀਦਾ ਜਿਸ ਦੇ ਵਿੱਚ ਸਾਰੇ ਗਰੁੱਪਸ ਦੇ ਲੋਕਾਂ ਨੂੰ ਰਿਪਰੈਜ਼ੈਂਟੇਸ਼ਨ ਦਿੱਤੀ ਜਾਵੇ। 10th question, what is the third fundamental freedom? Third fundamental freedom is the freedom, it is the freedom of future generation to sustain their lives on earth। ਇਹ ਫਿਊਚਰ ਜਨਰੇਸ਼ਨ ਦੀ ਥਰਡ ਫੰਡਾਮੈਂਟਲ ਫਰੀडम ਕੋਫੀ ਐਨਨ ਨੇ ਕਿਹਾ ਸੀਗਾ ਕਿ ਜਿਹੜੀ ਆਪਣੀ ਆਉਣ ਵਾਲੀ ਜਨਰੇਸ਼ਨ ਹੈਗੀ ਹੈ ਉਹਦੇ ਵਿੱਚ ਉਹਨਾਂ ਉਹ ਤਾਂ ਕਿ ਇਸ ਅਰਥ 'ਤੇ ਰਹਿ ਸਕੇ ਇਸ ਲਈ ਉਹਨਾਂ ਨੇ ਆਪਾਂ ਨੂੰ ਉਸ ਤਰ੍ਹਾਂ ਦੀ ਕੰਡੀਸ਼ਨਸ ਸਸਟੇਨ ਕਰਨੀ ਚਾਹੀਦੀਆਂ ਹੈ। ਜਿਹੜੀ ਉਹਨੇ ਕਿਹਾ ਸੀਗਾ ਦਿਸ ਅਰਥ ਇਜ਼ ਨਾਟ ਓਵਰ, ਦਿਸ ਇਜ਼ ਐਨ the earth is not over, this is an ਵਿਰਾਸਤ ਇਹ ਆਪਣੀ ਨਹੀਂ ਹੈਗੀ ਹੈ, ਕਿਹਦੀ ਹੈਗੀ ਹੈ? ਜਿਹੜੀ ਆਉਣ ਵਾਲੀ ਜਨਰੇਸ਼ਨ ਹੈਗੀ ਉਸ ਦੀ ਇੱਕ ਵਿਰਾਸਤ ਹੈ। ਕੁਐਸਚਨ ਨੰਬਰ 11, ਹਾਊ ਇਜ਼ ਦਾ ਥਰਡ ਫੰਡਾਮੈਂਟਲ ਥ੍ਰੀਟੈਂਡ? ਉਹੀ ਜਿਹੜੀ ਫਸਟ ਕੁਐਸਚਨ 10th ਕੁਐਸਚਨ 'ਚ ਆਪਾਂ ਕੀਤਾ ਸੀਗਾ ਉਹਦਾ ਹੀ ਕੁਐਸਚਨ ਨਾਲ ਰਿਲੇਟਡ ਆਂਸਰ ਹੈਗਾ। ਦ ਥਰਡ ਫਰੀडम ਇਜ਼ ਥ੍ਰੈਟਨਡ ਬਿਕੋਜ਼ ਵੀ ਆਰ ਰੋਬਿੰਗ ਫਿਊਚਰ ਜਨਰੇਸ਼ਨ ਆਫ ਦੇਅਰ ਸ਼ੇਅਰ ਆਫ ਨੈਚੁਰਲ ਰਿਸੋਰਸਿਸ ਟੂ ਪੇ ਓਵਰ ਅਨਸਸਟੇਨੇਬਲ ਪ੍ਰੈਕਟਿਸ। ਆਪਾਂ ਆਪਣੀ ਅਨਸਸਟੇਬਲ ਪ੍ਰੈਕਟਿਸ ਦੇ ਰਾਹੀਂ ਜਿਹੜੇ ਨੈਚੁਰਲ ਰਿਸੋਰਸਿਸ ਹੈ ਉਹਨਾਂ ਨੂੰ ਕੀ ਕਰਦੇ ਜਾ ਰਹੇ? ਖ਼ਤਮ ਕਰਦੇ ਜਾ ਰਹੇ ਹੈ। ਇਸ ਲਈ ਥਰਡ ਫਰੀडम ਇਜ਼ ਆਪਣੇ ਆਉਣ ਵਾਲੀ ਜਨਰੇਸ਼ਨ ਲਈ ਇਹ ਬਹੁਤ ਜ਼ਿਆਦਾ ਔਖਾ ਹੋਏਗਾ। ਕੁਐਸਚਨ ਨੰਬਰ 12, what is the old African wisdom that the author refer to? The wisdom is that the ਪੁਰਾਣੀ ਅਫਰੀਕਾ ਦੀ ਕਿਹੜੀ ਕਹਾਵਤ ਹੈਗੀ ਹੈ? ਉਹਦੇ ਇਹਦਾ ਆਨਸਰ ਹੈਗਾ the wisdom is that the earth is not over but we hold in trust for the coming day। ਉਹ ਵਿਜ਼ਡਮ ਹੈਗੀ ਹੈ, ਪੁਰਾਣੀ ਕਹਾਵਤ ਇਹ ਹੈਗੀ ਹੈ ਕਿ ਜਿਹੜੀ ਅਰਥ ਹੈ ਉਹ ਆਪਣੀ ਨਹੀਂ ਹੈਗੀ। ਅਰਥ ਇਜ਼ ਨਾਟ ਓਵਰ, ਦਿਸ ਇਜ਼ ਐਨ ਟਰਸਟ ਫॉर ਦ ਕਮਿੰਗ ਜਨਰੇਸ਼ਨ। ਇਹ ਆਉਣ ਵਾਲੀ ਜਨਰੇਸ਼ਨਾਂ ਦੀ ਇੱਕ ਵਿਰਾਸਤ ਹੈ ਜਿਹੜੀ ਕਿ ਸਾਨੂੰ ਆਪਾਂ ਨੂੰ ਸਾਂਭ ਕੇ ਰੱਖਣੀ ਚਾਹੀਦੀ ਹੈ। ਬੱਚਿਓ ਆਹ ਤੇ ਆਪਣੇ ਸੀਗੇ ਕੁਛ ਸ਼ਾਰਟ ਕੁਐਸਚਨ ਆਨਸਰ। ਹੋਪ ਕਰਦਾ ਤੁਹਾਨੂੰ ਸਾਰੇ ਕੁਐਸਚਨ ਆਨਸਰ ਸਮਝ ਆਏ ਹੋਣਗੇ। ਠੀਕ ਹੈ, ਇਸ ਤੋਂ ਬਾਅਦ ਹੁਣ ਆਪਾਂ ਸ਼ੁਰੂ ਕਰਦੇ ਹੈਗੇ ਆ ਲੌਂਗ ਕੁਐਸਚਨ ਆਨਸਰ। ਲੌਂਗ ਕੁਐਸਚਨ ਆਨਸਰ ਵਿੱਚ ਵੀ ਕੋਈ ਬਹੁਤਾ ਜ਼ਿਆਦਾ ਡਿਟੇਲਸ ਨਹੀਂ ਹੈਗੇ, ਬਹੁਤ ਈਜ਼ੀ ਹੈਗੇ। ਫਸਟ ਕੁਐਸਚਨ ਇਜ਼ what does the author tells about globalization? Globalization ਦੇ ਬਾਰੇ author ਨੇ ਕੀ ਕਿਹਾ? The coming together of different cultures and economic system around the world is called globalization. But crime, drugs, terrorism, disease and weapons are the dangers of globalization. The benefits of globalization are faster growth, higher living standards and new opportunities. The overarching challenges over time is to make globalization mean more than the bigger market. All this have been discussed in the earlier question. We have done
ਟੁਗੈਦਰ ਕਈ ਸਾਰੇ 4-5 ਕੁਐਸਚਨਾਂ ਨੂੰ ਇਕੱਠਾ ਕਰਕੇ ਇੱਕ ਬਣਾਤੇ, ਜਿੱਥੋਂ ਵੀ ਆਪਾਂ ਨੂੰ ਇੱਕ ਗਲੋਬਲਾਈਜੇਸ਼ਨ ਬਾਰੇ ਪਤਾ ਲੱਗਦਾ। ਸਭ ਤੋਂ ਪਹਿਲੇ ਆਪਾਂ ਫਸਟ ਕੁਐਸਚਨ 'ਚ ਆਪਾਂ ਡੈਫੀਨੇਸ਼ਨ ਪੜ੍ਹੀ ਸੀਗੀ, ਉਹੀ ਡੈਫੀਨੇਸ਼ਨ ਇਹਦੇ ਵਿੱਚ ਲਿਖ ਦੇਣੀ ਹੈ। ਫਿਰ ਉਹਦੇ ਡੇਂਜਰਸ ਵੀ ਪੜ੍ਹੇ ਸੀਗੇ ਆਪਾਂ, ਡੇਂਜਰਸ ਲਿਖਤੇ ਜਿਵੇਂ ਕ੍ਰਾਈਮ, ਡਰਗ, ਟੈਰਰਿਜ਼ਮ, ਉਹ ਲਿਖਤੇ। ਫਿਰ ਉਹਦੇ ਬਾਅਦ ਆਪਾਂ ਪੜ੍ਹਿਆ ਸੀਗੇ ਉਹਦੇ ਬੈਨੀਫਿਟਸ ਕੀ ਹੁੰਦੇ ਹੈਗੇ ਆ, ਹੈ ਨਾ, ਉਹਦੇ ਬੈਨੀਫਿਟਸ ਪੜ੍ਹੇ ਸੀਗੇ। ਫਾਸਟਰ ਗਰੋਥ ਹੁੰਦੀ ਹੈ, ਹਾਇਰ ਲਿਵਿੰਗ ਸਟੈਂਡਰਡਸ ਹੁੰਦੇ ਹੈ ਅਤੇ ਨਿਊ ਓਪਰਚੁਨਿਟੀਜ਼ ਹੁੰਦੀ ਹੈ। ਫਿਰ ਓਵਰ ਰੀਚਿੰਗ ਚੈਲੰਜਸ ਕੀ ਹੁੰਦੇ ਸੀ ਅੱਜ ਦੇ ਟਾਈਮ ਵਿੱਚ, ਗਲੋਬਲਾਈਜੇਸ਼ਨ ਮੀਨਸ ਮੋਰ ਦੈਨ ਬਿਗਰ ਮਾਰਕੀਟ। ਅਤੇ ਇਸ ਤਰ੍ਹਾਂ ਆਪਾਂ ਨਾ ਵੱਡੇ ਕੁਐਸਚਨ ਨੂੰ 3-4 ਛੋਟੇ ਕੁਐਸਚਨਾਂ ਨਾਲ ਰਲਾ ਕੇ ਵੱਡਾ ਕਰ ਸਕਦੇ ਹੈਗੇ ਆ। ਬਹੁਤ ਹੀ ਸੌਖਾ ਢੰਗ ਹੈਗਾ ਕਰਨ ਦਾ, ਹੈ ਨਾ। ਇਸ ਤੋਂ ਬਾਅਦ ਹੁਣ ਆਪਾਂ ਨੈਕਸਟ ਲੌਂਗ ਆਨਸਰ ਕੁਐਸਚਨ ਦੇਖਦੇ ਹਾਂ। ਐਕਸਪਲੇਨ ਦਾ ਸਿਗਨੀਫਿਕੇਸ਼ਨ ਆਫ ਦਾ ਟਾਈਟਲ ਆਫ ਦਾ ਲੈਸਨ ਦਾ ਅਰਥ ਇਜ਼ ਨੋਟ ਦਾ ਹੁਣ ਆਪਾਂ ਇੱਥੇ ਇੰਪੋਰਟੈਂਸ ਜਿਹੜਾ ਆਪਣਾ ਲੈਸਨ ਹੈਗਾ ਦਾ ਅਰਥ ਇਜ਼ ਨੋਟ ਹੈ, ਉਸ ਦਾ ਇਸ ਦੀ ਇੰਪੋਰਟੈਂਸ ਦੱਸਣੀ ਹੈਗੀ। ਇਸ ਦੀ ਇੰਪੋਰਟੈਂਟ ਵੀ ਬਹੁਤ ਹੀ ਸੌਖੇ ਢੰਗ ਨਾਲ ਦੱਸੀ ਹੋਈ ਹੈ। ਆਪਾਂ ਮੈਂ ਸਮਰੀ ਦੇ ਵਿੱਚ ਵੀ ਇਹ ਚੀਜ਼ ਡਿਸਕਸ ਕੀਤੀ ਸੀਗੀ। ਨਾਓ ਲੈਟ ਅਸ ਸਟਾਰਟ ਦਾ ਆਨਸਰ। The title of the earth is not our mean that it is not a personal property of anyone। ਉਹ ਕਹਿੰਦਾ ਹੈ ਕਿ ਇਹ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ। ਜਿਹੜੇ ਇਹ ਅਰਥ ਹੈਗੀ ਆ ਉਹ ਕਿਸੇ ਦੀ ਪਰਸਨਲ ਪ੍ਰੋਪਰਟੀ ਨਹੀਂ ਹੈ। ਦਿਸ ਇਜ਼ ਫੋਰ ਦ ਜਨਰੇਸ਼ਨ ਫੋਰ ਦਾ ਕਮਿੰਗ ਡੇ, ਦਿਸ ਇਜ਼ ਐਨ ਟਰਸਟ ਫੋਰ ਦਾ ਕਮਿੰਗ ਜਨਰੇਸ਼ਨ। ਜਿਹੜੀ ਆਉਣ ਵਾਲੀ ਪੀੜ੍ਹੀ ਹੈਗੀ ਉਸ ਦੀ ਇੱਕ ਵਿਰਾਸਤ ਹੈ। ਵੀ ਹੈਵ ਨੋ ਰਾਈਟ ਟੂ ਐਕਸਪਲੋਇਟ ਇਟ, ਆਪਾਂ ਨੂੰ ਇਹਨੂੰ ਖਰਾਬ ਨਹੀਂ ਕਰਨਾ। ਵੀ ਆਰ ਰੋਬਿੰਗ ਦ ਫਿਊਚਰ ਜਨਰੇਸ਼ਨ ਆਫ ਦੇਅਰ ਸ਼ੇਅਰ ਨੈਚੁਰਲ ਔਰ ਰਿਸੋਰਸਿਸ ਟੂ ਪੇ ਫੋਰ ਓਵਰ ਅਨਸੈਂਸਿਟੇਬਲ ਪ੍ਰੈਕਟਿਸ। ਅਸੀਂ ਕੀ ਕਰ ਰਹੇ ਹਾਂ ਕਿ ਜਿਹੜੇ ਫਿਊਚਰ ਜਨਰੇਸ਼ਨ ਲਈ ਨੈਚੁਰਲ ਰਿਸੋਰਸਿਸ ਨੂੰ ਖ਼ਤਮ ਕਰਦੇ ਜਾ ਰਹੇ ਹੈਗੇ। ਵੀ ਸ਼ੁੱਡ ਰਿਮੈਂਬਰ ਦੈਟ ਦ ਅਰਥ ਇਜ਼ ਨਾਟ ਓਵਰ, ਆਪਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਅਰਥ ਜਿਹੜੀ ਹੈਗੀ ਉਹ ਸਾਡੀ ਨਹੀਂ ਹੈ। ਵੀ ਸ਼ੁੱਡ ਟੇਕ ਸਟੈਪ ਟੂ ਸੇਵ ਦਾ ਅਰਥ, ਆਪਾਂ ਨੂੰ ਅਰਥ ਨੂੰ ਸੇਵ ਕਰਨ ਲਈ ਸਟੈਪਸ ਚੱਕਣੇ ਚਾਹੀਦੇ। ਦਸ ਦਾ ਟਾਈਟਲ ਸਾਊਂਡਸ ਏ ਨੋਟ ਆਫ ਵਾਰਮਿੰਗ। ਇਸ ਤਰ੍ਹਾਂ ਇਹ ਟਾਈਟਲ ਜਿਹੜਾ ਹੈਗਾ ਬਹੁਤ ਵਧੀਆ ਆਪਣੀ ਸਾਊਂਡ ਸਹੀ ਦੇ ਰਿਹਾ ਹੈਗਾ। ਜਸਟੀਫਾਈ ਦਾ ਟਾਈਟਲ। ਨੈਕਸਟ ਕੁਐਸਚਨ ਹੈ ਰਾਈਟ ਏ ਪੈਰਾਗ੍ਰਾਫ ਔਨ man and his environment. Environmental pollution is biggest problem facing the modern man. There was a time when we have fresh and pure air. Environment ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਹੈ। ਇੱਕ ਸਮਾਂ ਸੀਗਾ ਜਦੋਂ ਹਰ ਸਮੇਂ ਪਿਓਰ ਅਤੇ ਫਰੈਸ਼ ਏਅਰ ਅਵੇਲੇਬਲ ਹੁੰਦੀ ਸੀ। pure and fresh air is available ਹੁੰਦੀ ਸੀ। but we cutting down trees, polluting river, ocean and other water resources। ਪਰ ਅੱਜ ਕੱਲ੍ਹ ਦੇ ਸਮੇਂ ਕੀ ਆ, ਅਸੀਂ ਪੇੜਾਂ ਨੂੰ ਕੱਟੀ ਜਾ ਰਹੇ ਹੈਗੇ ਆ, ਹੈ ਨਾ, ਰੀਵਰ ਅਤੇ ਓਸ਼ਨਸ ਨੂੰ ਪੋਲਿਊਟ ਕਰੀ ਜਾ ਰਹੇ ਹੈਗੇ ਅਤੇ ਉਹ ਕਰੀ ਜਾ ਰਹੇ ਹੈਗੇ। there is an noise pollution also, there is an noise pollution and also we must stop all this. The smoke from factories and vehicles should be checked। ਗੱਡੀਆਂ ਤੋਂ, ਫੈਕਟਰੀਆਂ ਤੋਂ ਧੂੰਆਂ ਜਿਹੜਾ ਨਿਕਲ ਰਿਹਾ ਹੈਗਾ ਉਹਦੇ ਨਾਲ ਪੋਲਿਊਸ਼ਨ ਜਿਹੜਾ ਹੈਗਾ ਵੱਧ ਰਿਹਾ ਹੈਗਾ। ਵੀ ਮਸਟ ਪ੍ਰੀਜ਼ਰਵ ਓਵਰ ਫੋਰੈਸਟ ਐਂਡ ਇਨਵਾਇਰਮੈਂਟ, ਆਪਾਂ ਨੂੰ ਆਪਣੇ ਫੋਰੈਸਟ ਜੰਗਲਾਂ ਨੂੰ, ਫੋਰੈਸਟ ਨੂੰ ਅਤੇ ਇਨਵਾਇਰਮੈਂਟ ਨੂੰ ਬਚਾਉਣਾ ਚਾਹੀਦਾ। It is a treasure in which we hold in interest for the coming day। ਇੱਕ ਵਿਰਾਸਤ ਹੈਗੀ ਹੈ ਜਿਹੜੀ ਕਿ ਆਪਾਂ ਨੂੰ ਆਪਣੇ ਆਉਣ ਵਾਲੀ ਪੀੜ੍ਹੀਆਂ ਲਈ ਰੱਖਣੀ ਚਾਹੀਦੀ ਹੈ। ਇਸ ਦੇ ਨਾਲ ਹੀ ਬੱਚੇ ਆਪਣੇ ਸ਼ਾਰਟ ਆਨਸਰ ਕੁਐਸਚਨ ਅਤੇ ਲੌਂਗ ਆਨਸਰ ਕੁਐਸਚਨ ਖਤਮ ਹੋਏ। ਹੋਪ ਕਰਦੇ ਹਾਂ ਕਿ ਤੁਹਾਨੂੰ ਸਮਝ ਆਏ ਹੋਣਗੇ ਅਤੇ ਇਹਨੂੰ ਚੰਗੀ ਤਰ੍ਹਾਂ ਹੁਣ ਆਪਣੀ ਕਾਪੀਆਂ 'ਤੇ ਨੋਟ ਕਰ ਲਓ। ਥੈਂਕਸ।